का दिन ईश्वर ने बनाया है, हम इसमें आनंदित हो, आनंदित हो। आज का दिन ईश्वर ने बनाया है, हम इसमें आनंदित हो, आनंदित हो। आता हूँ तेरे पास, मुझको है तुझसे आस। आता हूँ तेरे पास, मुझको है तुझसे आस। मुझको कबूल कर ले, पापों से शुद्ध कर दे। मुझको कबूल कर ले, पापों से शुद्ध कर दे। आज का दिन ईश्वर ने बनाया है, हम इसमें आनंदित हो, आनंदित हो। आज का दिन ईश्वर ने बनाया है, हम इसमें आनंदित हो, आनंदित हो। बाप ਅਤੇ ਬੇਟੀ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਰਸੂਲ ਬਰਤਲੋਮੇਓ ਦੀ ਈਦ ਮਨਾ ਰਹੇ ਹਾਂ। 12 ਰਸੂਲਾਂ ਵਿੱਚੋਂ ਇਹ ਇੱਕ ਰਸੂਲ ਪ੍ਰਭੂ ਯਿਸੂ ਨੂੰ ਸੰਤ ਰਸੂਲ ਫਿਲਿਪ ਦੇ ਰਾਹੀਂ ਪ੍ਰਭੂ ਯਿਸੂ ਨਾਲ ਮੁਲਾਕਾਤ ਕਰਦਾ ਹੈ। ਯਾਨੀ ਕਿ ਇੱਕ ਰਸੂਲ ਜਿਸ ਨੂੰ ਪ੍ਰਭੂ ਯਿਸੂ ਦੇ ਬਾਰੇ ਪਤਾ ਲੱਗ ਗਿਆ ਹੈ, ਉਸ ਦੀ ਪੈਰਵੀ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਦੂਜਿਆਂ ਨੂੰ ਵੀ ਪ੍ਰਭੂ ਯਿਸੂ ਦੇ ਕੋਲ ਲੈ ਕੇ ਆਉਂਦਾ ਹੈ। ਦੂਜਿਆਂ ਨੂੰ ਪ੍ਰਭੂ ਯਿਸੂ ਦੇ ਕੋਲ ਲੈ ਕੇ ਆਉਣ ਲਈ ਇੱਕ ਵਸੀਲਾ, ਇੱਕ ਜ਼ਰੀਆ ਬਣਦਾ ਹੈ। ਇਸੇ ਤਰ੍ਹਾਂ ਅਸੀਂ ਵੀ ਕਿਸੇ ਨਾ ਕਿਸੇ ਭੈਣ ਭਰਾ ਦੇ ਲਈ ਈਮਾਨ ਦੇ ਵਿੱਚ ਆਉਣ ਦੇ ਲਈ ਪ੍ਰਭੂ ਯਿਸੂ ਦੇ ਕੋਲ ਪਹੁੰਚਣ ਦੇ ਲਈ ਵਸੀਲਾ ਜਾਂ ਜ਼ਰੀਆ ਬਣ ਸਕਦੇ ਹਾਂ। ਅੱਜ ਦੀ ਇਸ ਮਹਾਨ ਈਦ ਦੇ ਵਿੱਚ ਅਸੀਂ ਖਾਸ ਤੌਰ 'ਤੇ ਸਾਰੇ ਬਿਸ਼ਪ ਸਾਹਿਬਾਨਾਂ ਲਈ ਪ੍ਰਾਰਥਨਾ ਕਰੀਏ ਜੋ ਰਸੂਲਾਂ ਦਾ ਅਹੁਦਾ ਰੱਖਦੇ ਹੋਏ ਸਾਰੇ ਸੰਸਾਰ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਡਾਇਸਿਸਾਂ ਦੀ ਅਗਵਾਈ ਕਰ ਰਹੇ ਹਨ। ਆਓ ਅਸੀਂ ਆਪਣੇ ਆਪ ਨੂੰ ਵੀ ਤਿਆਰ ਕਰੀਏ ਤਾਂ ਜੋ ਅਸੀਂ ਯੋਗ ਢੰਗ ਨਾਲ ਅੱਜ ਦਿਨ ਇਹਨਾਂ ਪਵਿੱਤਰ ਭੇਦਾਂ ਨੂੰ ਮਨਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। प्रभु दया करो, हे प्रभु दया करो, हे मसीह दया करो, हे मसीह दया करो, हे प्रभु दया
करो। हे प्रभु दया करो। स्वर्ग दे विच वडियाई महिमा होवे खुदा दी। धरती उते नेक नीयत लोकां दे विच शांति। स्वर्ग दे विच वडियाई गुण असी तेरे गांदे हाथ तन तन तैनू कहदे हाँ। कर दे आराधना ते महिमा तेरी गांदे हाँ। तेरी बड़ी शान दे कारण शुक्र तेरा असी कर दे हाँ। स्वर्ग दे बादशाह खुदा बाप कुदरत वाले खुदा। स्वर्ग दे विच वडियाई यीशु मसीह इकलौते बेटे बाप दे बेटे प्रभु खुदा। बाप दा बेटा दुनिया दे पापा नू चुक ले जांदा है। मिन्नता सुन ले साडियां तू बाप दे सजे बैठा है। दया तू कर हुण साडे उते तू ही सुर गुण है खुदा। स्वर्ग दे विच वडियाई कल्ला परमेश्वर है परम ऊंचा है ए खुदा। ए मसीहा शान विच तू बाप तेरू पाक नाल। स्वर्ग दे विच वडियाई महिमा होवे खुदा दी। धरती उते नेक नीयत लोकां दे विच शांति। स्वर्ग दे विच वडियाई आमीन। असे प्रार्थना करिए। ऐ खुदा साडे बाप सानू ईमान विच मजबूत कर तां जो असी रसूल सन बरतलोमियो दे सरगर्म जोश नाल तो यीशु मसीह तेरे बेटे नाल जुड़े रहिए। बख्श दे कि उसकी सिफारिश नाल तेरी कलीसिया सारियां कौमां लई निजात दा साक्रामेंट बन जावे। साडे प्रभु यीशु मसीह तेरे बेटे दे राही जो तेरे नाल रूपाक दी एकता विच एक खुदा जिंदा ते राज करता है सदा तो सदा तिकर आमीन। प्रभु थोड़े दिल विच ते जबानते होवे तां योग ना तुसी खुदा दा वचन सुना सको। बाप अते बेटे ते रूपाक दे नाम उते आमीन। पाठ पहला प्रकाशन दी पोथी उसदा 21 बाब 9 ਤੋਂ 14 आयत तक। तद उन्हां
ਸੱਤਾਂ ਫਰਿਸ਼ਤਿਆਂ ਵਿੱਚੋਂ ਜਿਨ੍ਹਾਂ ਕੋਲ 7 ਆਖਰੀ ਆਫਤਾਂ ਭਰੇ ਕਟੋਰੇ ਸਨ, ਇੱਕ ਮੇਰੇ ਕੋਲ ਆਇਆ ਅਤੇ ਉਸਨੇ ਮੈਨੂੰ ਕਿਹਾ, ਆ ਮੈਂ ਤੈਨੂੰ ਦੁਲਹਨ ਅਰਥਾਤ ਲੇਲੇ ਦੀ ਵਿਆਹੁਤਾ ਦਿਖਾਵਾਂ। ਫਿਰ ਉਹ ਮੈਨੂੰ ਰੂਹ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਪਵਿੱਤਰ ਨਗਰੀ ਯਰੂਸ਼ਲਮ ਦਿਖਾਈ, ਜੋ ਖੁਦਾ ਕੋਲੋਂ ਆਕਾਸ਼ੋਂ ਉਤਰ ਰਹੀ ਸੀ। ਉਹ ਖੁਦਾ ਦੀ ਮਹਿਮਾ ਨਾਲ ਸਜਾਈ ਹੋਈ ਸੀ। ਇਸ ਦੀ ਚਮਕ ਵਡਮੁੱਲੇ ਹੀਰੇ ਅਤੇ ਸੂਰਜ ਕਾਂਤਮਣੀ ਦੀ ਤਰ੍ਹਾਂ ਸੀ ਅਤੇ ਬਲੌਰ ਦੀ ਤਰ੍ਹਾਂ ਸਾਫ਼ ਸੀ। ਉਸ ਦੇ ਚਾਰੇ ਪਾਸੇ ਇੱਕ ਵੱਡੀ ਅਤੇ ਉੱਚੀ ਦੀਵਾਰ ਸੀ, ਜਿਸ ਵਿੱਚ 12 ਫਾਟਕ ਸਨ ਅਤੇ ਹਰ ਫਾਟਕ ਦੇ ਸਾਹਮਣੇ ਇੱਕ ਫਰਿਸ਼ਤਾ ਸੀ ਅਤੇ ਫਾਟਕਾਂ ਉੱਤੇ ਇਸਰਾਇਲ ਦੇ 12 ਕਬੀਲਿਆਂ ਦੇ ਨਾਂ ਲਿਖੇ ਹੋਏ ਸਨ। ਪੂਰਬ ਵੱਲ 3 ਫਾਟਕ, ਦੱਖਣ ਵੱਲ 3 ਫਾਟਕ, ਉੱਤਰ ਵੱਲ 3 ਫਾਟਕ, ਪੱਛਮ ਵੱਲ 3 ਫਾਟਕ ਸਨ। ਸ਼ਹਿਰ ਦੀ ਦੀਵਾਰ ਦੇ 12 ਨੀਂਹ ਪੱਥਰ ਸਨ ਅਤੇ ਉਨ੍ਹਾਂ ਉੱਤੇ ਲੇਲੇ ਦੇ 12 ਰਸੂਲਾਂ ਦੇ 12 ਨਾਂ ਲਿਖੇ ਹੋਏ ਸਨ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। ओ तन है जो न मनदा है सलाह शरीरा दी। ओ तने है ना तुरदा ओ बुरे आदे राते कदी भी। ओ तने है जो न मनदा है सलाह शरीरा दी। ओ तने है मखौलियां दे जलसे विच ना कदी बहंदा है। मखौलियां दे जलसे विच ना कदी बहंदा है। पर दीने राती शरानो, पर दीने राती शरानो सोचदा रहिंदा है। ओ तने है जो न मनदा है सलाह शरीरा दी। ओ तने है ना तुरदा ओ बुरे आदे राते कदी भी। ओ तने है जो न मनदा है सलाह शरीरा दी। ओ तने सारी सृष्टि के मालिक तुम ही हो। सारी सृष्टि के रक्षक तुम ही हो। करते हैं तुझको साधे प्रणाम, गाते हैं तेरा ही गुणगान। सारी सृष्टि के मालिक तुम ही हो। सारी सृष्टि के रक्षक तुम ही हो। करते हैं तुझको सारे प्रणाम, गाते हैं तेरा ही गुणगान। हालेलुया, हालेलुया, हालेलुया।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ ਇੱਕ ਅਧਿਆਇ 43 ਤੋਂ 51 ਆਇਤ। ਅਗਲੇ ਦਿਨ ਯਿਸੂ ਨੇ ਗਲੀਲ ਜਾਣ ਦਾ ਫੈਸਲਾ ਕੀਤਾ। ਉਹ ਫਿਲਿਪ ਨੂੰ ਮਿਲਿਆ ਤੇ ਉਸ ਨੂੰ ਕਿਹਾ, ਮੇਰੇ ਪਿੱਛੇ ਚੱਲ। ਫਿਲਿਪ ਅੰਦਰਿਆਸ ਅਤੇ ਪਤਰਸ ਦੇ ਸ਼ਹਿਰ ਬੈਤਸੈਦਾ ਦਾ ਸੀ। ਫਿਲਿਪ ਨਥਾਨਿਅਲ ਨੂੰ ਮਿਲਿਆ ਅਤੇ ਉਸ ਨੂੰ ਕਿਹਾ, ਸਾਨੂੰ ਉਹ ਮਿਲ ਗਿਆ ਹੈ ਜਿਸ ਦੇ ਬਾਰੇ ਮੂਸਾ ਨੇ ਵਿਧਾਨ ਵਿੱਚ ਅਤੇ ਨਬੀਆਂ ਨੇ ਵੀ ਲਿਖਿਆ ਹੈ, ਅਰਥਾਤ ਨਾਸਰਤ ਦਾ ਯਿਸੂ, ਯੂਸਫ ਦਾ ਪੁੱਤਰ। ਨਥਾਨਿਅਲ ਨੇ ਉਸ ਨੂੰ ਕਿਹਾ ਕਿ ਨਾਸਰਤ ਵਿੱਚੋਂ ਕੋਈ ਚੰਗੀ ਵਸਤ ਨਿਕਲ ਸਕਦੀ ਹੈ। ਫਿਲਿਪ ਨੇ ਉਸ ਨੂੰ ਕਿਹਾ, ਆ ਅਤੇ ਵੇਖ। ਯਿਸੂ ਨੇ ਨਥਾਨਿਅਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਦੇ ਬਾਰੇ ਕਿਹਾ, ਵੇਖੋ, ਇੱਕ ਸੱਚਾ ਇਸਰਾਏਲੀ ਜਿਸ ਦੇ ਵਿੱਚ ਕੋਈ ਖੋਟ ਨਹੀਂ ਹੈ। ਨਥਾਨਿਅਲ ਨੇ ਉਸ ਨੂੰ ਕਿਹਾ, ਤੂੰ ਮੈਨੂੰ ਕਿਵੇਂ ਜਾਣਦਾ ਹੈ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਫਿਲਿਪ ਦੇ ਤੈਨੂੰ ਸੱਦਣ ਤੋਂ ਪਹਿਲਾਂ ਜਦੋਂ ਤੂੰ ਅੰਜੀਰ ਦੇ ਰੁੱਖ ਥੱਲੇ ਸੀ, ਮੈਂ ਤੈਨੂੰ ਵੇਖਿਆ। ਨਥਾਨਿਅਲ ਨੇ ਉਸ ਨੂੰ ਉੱਤਰ ਦਿੱਤਾ, ਰੱਬੀ, ਤੂੰ ਖੁਦਾ ਦਾ ਪੁੱਤਰ ਹੈ, ਤੂੰ ਇਸਰਾਏਲ ਦਾ ਰਾਜਾ ਹੈ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਮੰਨ ਲਿਆ ਹੈ ਕਿਉਂ ਜੋ ਮੈਂ ਤੈਨੂੰ ਕਿਹਾ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਵੇਖਿਆ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਵੇਖੇਗਾ। ਫਿਰ ਉਸਨੇ ਕਿਹਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸਵਰਗਾਂ ਨੂੰ ਖੁੱਲਿਆ ਹੋਇਆ ਅਤੇ ਖੁਦਾ ਦੇ ਫਰਿਸ਼ਤਿਆਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਅਤੇ ਉਤਰਦੇ ਵੇਖੋਗੇ। ਪ੍ਰਭੂ ਦੇ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਇਹਨਾਂ 2000 ਸਾਲਾਂ ਵਿੱਚ ਜੋ ਅਸੀਂ ਮਸੀਹੀ ਈਮਾਨ ਵੇਖਦੇ ਹਾਂ, ਕਿਵੇਂ ਪਹਿਲੀ ਸਦੀ ਤੋਂ ਦੂਜੀ ਸਦੀ, ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਨਿਰੰਤਰ ਇਹ ਚੱਲਿਆ ਆ ਰਿਹਾ ਹੈ, ਇਹ ਰਸੂਲਾਂ ਦੇ ਵਿਸ਼ਵਾਸ ਉੱਤੇ ਟਿਕਿਆ ਹੋਇਆ ਹੈ। ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਭੂ ਦੇ ਵਚਨ, ਉਸ ਮਸੀਹੀ ਈਮਾਨ ਦਾ ਵਿਸਥਾਰ ਕੀਤਾ, ਪ੍ਰਚਾਰ ਕੀਤਾ। ਇਸ ਕਾਰਜ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਨੂੰ ਵੀ ਕੁਰਬਾਨ ਕਰ ਦਿੱਤਾ। ਅੱਜ ਅਸੀਂ ਵੇਖਦੇ ਹਾਂ ਉਹਨਾਂ 12 ਰਸੂਲਾਂ ਵਿੱਚੋਂ ਇੱਕ ਹੈ ਬਰਤਲੋਮੀਓ। ਅੰਜੀਲ ਵੀ ਜਦੋਂ ਆਪਾਂ ਸੁਣਿਆ ਕਿ ਕਿਸ ਤਰ੍ਹਾਂ ਪ੍ਰਭੂ ਪਹਿਲਾਂ ਪਤਰਸ, ਇੰਦਰਿਆਸ, ਯਹੰਨਾ ਅਤੇ ਯਾਕੂਬ ਨੂੰ ਬੁਲਾਉਂਦਾ ਹੈ ਜੋ ਮੱਛੀਆਂ ਫੜਨ ਦਾ ਕੰਮ ਕਰਦੇ ਹਨ। ਉਹਨਾਂ ਵਿੱਚ ਕੋਈ ਵਿਦਿਅਕ ਯੋਗਤਾ ਨਹੀਂ ਹੈ, ਸ਼ਾਇਦ ਉਹ ਪੜ੍ਹੇ ਲਿਖੇ ਨਹੀਂ ਹੈ, ਇਸ ਕਰਕੇ ਆਮ ਕੰਮ ਕਰਦੇ ਆ। ਉਸ ਤੋਂ ਅੱਗੇ ਆਪਾਂ ਵੇਖਦੇ ਹਾਂ ਕਿ ਪ੍ਰਭੂ ਫਿਲਿਪ ਨੂੰ ਮਿਲਦਾ ਹੈ, ਉਹ ਵੀ ਪਤਰਸ ਅਤੇ ਇੰਦਰਿਆਸ ਦੇ ਸ਼ਹਿਰ ਵਿੱਚੋਂ ਹੀ ਹੈ ਜਾਂ ਉਹਨਾਂ ਦੇ ਪਿੰਡ ਇਲਾਕੇ ਵਿੱਚੋਂ ਹੀ ਹੈ। ਇਹਦਾ ਮਤਲਬ ਉਹ ਇੱਕ ਦੂਜੇ ਨੂੰ ਜ਼ਰੂਰ ਜਾਣਦੇ ਹੋਣਗੇ। ਹੁਣ ਜਦੋਂ ਫਿਲਿਪ ਪ੍ਰਭੂ ਨੂੰ ਮਿਲਦਾ ਹੈ ਤਾਂ ਪ੍ਰਭੂ ਦੇ ਬਾਰੇ ਗੱਲਾਂ ਸੁਣਦਾ ਹੈ, ਜਾਣਦਾ ਹੈ, ਉਸ ਨਾਲ ਗੱਲਬਾਤ ਕਰਦਾ ਹੈ। ਫਿਰ ਇਹਨਾਂ ਨੂੰ ਇਸ ਤਰ੍ਹਾਂ ਹੌਲੀ ਹੌਲੀ ਇਹ ਮਹਿਸੂਸ ਹੁੰਦਾ ਹੈ ਕਿ ਇਹ ਉਹੀ ਨਬੀ ਹੈ, ਉਹੀ ਮਸੀਹਾ ਹੈ ਜਿਸ ਦੇ ਬਾਰੇ ਮੂਸਾ ਨੇ ਤੇ ਨਾਲ ਹੀ ਹੁਣ ਤੱਕ ਦੇ ਸਾਰੇ ਨਬੀਆਂ ਨੇ ਗਵਾਹੀ ਦਿੱਤੀ ਅਤੇ ਭਵਿੱਖਬਾਣੀ ਕੀਤੀ। ਇਸ ਕਰਕੇ ਉਹਨਾਂ ਵਿੱਚ ਇੱਕ ਇਹ ਤਾਂਘ ਪੈਦਾ ਹੋ ਜਾਂਦੀ ਹੈ, ਇੱਕ ਇਸ ਤਰ੍ਹਾਂ ਦੀ ਦਿਲਚਸਪੀ ਪੈਦਾ ਹੁੰਦੀ ਹੈ ਕਿ ਅਸੀਂ ਸਿਰਫ ਆਪਣੇ ਤੱਕ ਹੀ ਇਸ ਨੌਲੇਜ ਨੂੰ, ਇਸ ਜਾਣਕਾਰੀ ਨੂੰ ਸੀਮਤ ਨਾ ਰੱਖੀਏ, ਇਸ ਐਕਸਪੀਰੀਅੰਸ, ਇਸ ਤਜਰਬੇ ਨੂੰ, ਅਨੁਭਵ ਨੂੰ ਦੂਜਿਆਂ ਨਾਲ ਵੀ ਸਾਂਝਾ ਕਰੀਏ ਤਾਂ ਜੋ ਉਹ ਵੀ ਪ੍ਰਭੂ ਦੇ ਕੋਲ ਆਉਣ, ਉਹਨਾਂ ਨੂੰ ਪ੍ਰਭੂ ਦਾ ਪਤਾ ਲੱਗੇ ਤਾਂ ਉਹ ਸੱਚੇ ਖੁਦਾ ਨੂੰ ਜਾਣ ਸਕਣ। ਇਸ ਤਰੀਕੇ ਨਾਲ ਫਿਲਿਪ ਦੇ ਰਾਹੀਂ ਨਥਾਨਿਅਲ ਪ੍ਰਭੂ ਦੇ ਕੋਲ ਆਉਂਦਾ ਹੈ, ਜਿਸ ਦੀ ਈਦ ਅਸੀਂ ਅੱਜ ਮਨਾਉਂਦੇ ਹਾਂ। ਨਥਾਨਿਅਲ
ਬਰਥਲੋਮਿਓ ਦਾ ਦੂਜਾ ਨਾਮ ਹੈ। ਹੁਣ ਜਦੋਂ ਨਥਾਨੀਅਲ ਪ੍ਰਭੂ ਦੇ ਕੋਲ ਆਉਂਦਾ ਹੈ, ਉਸ ਨੂੰ ਪਹਿਲਾਂ ਹੀ ਪਤਾ ਹੈ ਕਿ ਇੱਕ ਅੰਜੀਰ ਦੇ ਰੁੱਖ ਥੱਲੇ ਬੈਠਾ ਸੀ। ਉਹਨਾਂ ਸਮਿਆਂ ਵਿੱਚ ਅੰਜੀਰ ਦੇ ਰੁੱਖ ਵਿੱਚ ਦੇ ਹੇਠਾਂ ਉਹ ਲੋਕ ਬਹਿੰਦੇ ਸਨ ਜੋ ਵਿਦਵਾਨ ਹੁੰਦੇ ਸਨ, ਜੋ ਪੜ੍ਹੇ ਲਿਖੇ ਹੁੰਦੇ ਸਨ, ਯਾਨੀ ਕਿ ਉਹ ਕਿਸੇ ਨਾ ਕਿਸੇ ਧਰਮ ਸ਼ਾਸਤਰ ਦਾ ਅਧਿਐਨ ਕਰਦੇ ਹੁੰਦੇ ਸੀ, ਜਾਂ ਨਿਯਮਾਂ ਦੀ ਹੁਕਮਾਂ ਨੂੰ ਉਹਨਾਂ ਨੂੰ ਅਧਿਐਨ ਕਰਨਾ, ਪੜ੍ਹਨਾ, ਤਾਂ ਫਿਰ ਦੂਜਿਆਂ ਨੂੰ ਦੱਸਣਾ, ਕੁਛ ਇੱਦਾਂ ਦੇ ਵਿਦਵਾਨਾਂ ਵਾਲੇ ਕੰਮ ਕਰਦੇ ਸੀ। ਸੋ ਕਿਸੇ ਦਾ ਅੰਜੀਰ ਦੇ ਰੁੱਖ ਹੇਠਾਂ ਬੈਠਣਾ ਮਤਲਬ ਇਹ ਹੈ ਕੋਈ ਇੱਕ ਵਿਦਵਾਨ ਬੰਦਾ ਆ, ਉਹ ਕੋਈ ਅਧਿਐਨ ਕਰ ਰਿਹਾ ਆ, ਜਾਂ ਫਿਰ ਉਹ ਦੁਆ ਪ੍ਰਾਰਥਨਾ ਕਰ ਰਿਹਾ ਆ। ਪ੍ਰਭੂ ਨੂੰ ਇਸ ਦੇ ਬਾਰੇ ਪਹਿਲਾਂ ਹੀ ਪਤਾ ਸੀ। ਇਸ ਕਰਕੇ ਪ੍ਰਭੂ ਜਦੋਂ ਨਥਾਨੀਅਲ ਨੂੰ ਮਿਲਦਾ ਹੈ ਤੇ ਪ੍ਰਭੂ ਉਹਦੇ ਬਾਰੇ ਇਹ ਦੱਸਦਾ ਹੈ, ਤੇ ਨਥਾਨੀਅਲ ਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਤਰਖਾਨ ਦਾ ਪੁੱਤਰ ਹੈ, ਇਹ ਨਾਸਰਤ ਤੋਂ ਹੈ, ਤੇ ਨਾਸਰਤ ਤੋਂ ਕਦੇ ਵੀ ਮਸੀਹਾ ਨਹੀਂ ਆ ਸਕਦਾ। ਪਰ ਖੁਦਾ ਦੀ ਯੋਜਨਾ ਕੁਝ ਹੋਰ ਹੈ ਜਿਸ ਦੇ ਬਾਰੇ ਉਹਨਾਂ ਨੂੰ ਪੂਰਨ ਤੌਰ ਤੇ ਨਹੀਂ ਸੀ ਪਤਾ। ਅਸਲ ਵਿੱਚ ਜਿਵੇਂ ਵਚਨ ਕਹਿੰਦਾ ਹੈ, ਮਸੀਹਾ ਬੈਤਲਹਮ ਵਿੱਚੋਂ ਆਵੇਗਾ, ਯਾਨੀ ਕਿ ਉੱਥੇ ਪੈਦਾ ਹੋਏਗਾ। ਪ੍ਰਭੂ ਯਿਸੂ ਦਾ ਜਨਮ ਉੱਥੇ ਹੀ ਹੋਇਆ, ਪਰ ਪ੍ਰਭੂ ਦੀ ਮਰਜ਼ੀ ਦੇ ਅਨੁਸਾਰ ਕੀ ਹੋਇਆ, ਪ੍ਰਭੂ ਯਿਸੂ ਨਾਸਰਤ ਸ਼ਹਿਰ ਦੇ ਵਿੱਚ ਪਲਿਆ, ਵੱਡਾ ਹੋਇਆ, ਪਰਵਰਿਸ਼ ਹੋਈ, 30 ਸਾਲ ਤੱਕ ਉੱਥੇ ਹੀ ਰਿਹਾ, ਜਿਸ ਦੇ ਬਾਰੇ ਬਾਕੀ ਕਿਸੇ ਨੂੰ ਵੀ ਸ਼ਾਇਦ ਪਤਾ ਨਹੀਂ ਸੀ। ਹੁਣ ਜਦੋਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਨਥਾਨੀਅਲ ਪ੍ਰਭੂ ਨਾਲ ਕੁਝ ਗੱਲਾਂ ਬਾਤਾਂ ਕਰਦਾ, ਬਸ ਸ਼ਾਇਦ ਕੁਝ ਮਿੰਟਾਂ ਜਾਂ ਕੁਝ ਸਮੇਂ ਦੇ ਵਿੱਚ ਹੀ ਉਹ ਪ੍ਰਭੂ ਨੂੰ ਜਾਣ ਲੈਂਦਾ ਹੈ, ਤੇ ਤੁਰੰਤ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਤੇ ਗੁਰੂ ਹੈ, ਇਹ ਖੁਦਾ ਦਾ ਪੁੱਤਰ ਹੈ। ਇੱਥੋਂ ਤੱਕ ਦੀ ਉਸ ਨੂੰ ਜਾਣਕਾਰੀ ਹੋ ਜਾਂਦੀ ਹੈ, ਕਿਉਂਕਿ ਉਹ ਪਹਿਲਾਂ ਹੀ ਕੀ ਸੀ, ਇੱਕ ਵਿਦਵਾਨ ਇਨਸਾਨ ਸੀ, ਮਤਲਬ ਕਿ ਉਸਨੇ ਉਹਨਾਂ ਧਰਮ ਸ਼ਾਸਤਰ ਦੀਆਂ ਗੱਲਾਂ ਨੂੰ ਪਹਿਲਾਂ ਹੀ ਪੜ੍ਹਿਆ ਹੋਇਆ ਅਤੇ ਉਸ ਨੂੰ ਸਮਝਿਆ ਹੋਇਆ ਸੀ। ਉਹਦੀ ਉਹ ਸਮਝ ਜਾਂ ਉਸਦੀ ਉਹ ਖੋਜ ਜਾਂ ਉਸਦਾ ਅਧਿਐਨ ਪ੍ਰਭੂ ਯਿਸੂ ਦੇ ਕੋਲ ਆ ਕੇ ਪੂਰਨ ਹੋ ਜਾਂਦਾ ਹੈ, ਯਾਨੀ ਕਿ ਉਸਦੀ ਜੋ ਮੰਜ਼ਿਲ ਹੈ ਪ੍ਰਭੂ ਯਿਸੂ ਦੇ ਕੋਲ ਆ ਕੇ ਪੂਰੀ ਹੋ ਜਾਂਦੀ ਹੈ, ਉੱਥੇ ਤੱਕ ਉਹ ਪਹੁੰਚ ਜਾਂਦਾ ਹੈ। ਨਾਲ ਹੀ ਉਹ ਇਹ ਸਵੀਕਾਰ ਕਰਦਾ ਹੈ ਕਿ ਪ੍ਰਭੂ ਯਿਸੂ ਹੀ ਰੱਬੀ ਹੈ, ਯਾਨੀ ਕਿ ਅਸਲੀ ਗੁਰੂ ਹੈ, ਤੇ ਪ੍ਰਭੂ ਯਿਸੂ ਹੀ ਖੁਦਾ ਦਾ ਪੁੱਤਰ ਹੈ। ਪਿਆਰਿਓ, ਅਸੀਂ ਵੀ ਇਸੇ ਤਰੀਕੇ ਨਾਲ ਹੀ ਪ੍ਰਭੂ ਦੇ ਕੋਲ ਆਉਂਦੇ ਹਾਂ। ਕੋਈ ਨਾ ਕੋਈ ਸਾਡੇ ਅਤੇ ਪ੍ਰਭੂ ਦੇ ਦਰਮਿਆਨ ਵਸੀਲਾ ਬਣਦਾ ਹੈ, ਜ਼ਰੀਆ ਬਣਦਾ ਆ। ਜਾਂ ਅਸੀਂ ਆਪਣੇ ਮਾਂ-ਬਾਪ ਦੇ ਰਾਹੀਂ ਬਪਤਿਸਮਾ ਗ੍ਰਹਿਣ ਕਰਦੇ ਹਾਂ, ਜਾਂ ਫਿਰ ਕਿਸੇ ਹੋਰ ਭੈਣ ਭਰਾ ਦੇ ਰਾਹੀਂ ਬਪਤਿਸਮਾ ਗ੍ਰਹਿਣ ਕਰਕੇ, ਈਮਾਨ ਗ੍ਰਹਿਣ ਕਰਕੇ ਪ੍ਰਭੂ ਯਿਸੂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਹਮੇਸ਼ਾ ਕਿਸੇ ਦੇ ਲਈ ਵਸੀਲਾ ਬਣੀਏ, ਜ਼ਰੀਆ ਬਣੀਏ, ਤਾਂ ਬਾਕੀ ਲੋਕ ਵੀ ਪ੍ਰਭੂ ਯਿਸੂ ਨੂੰ ਜਾਣਨ ਕਿ ਉਹੀ ਖੁਦਾ ਹੈ, ਖੁਦਾ ਦਾ ਬੇਟਾ ਹੈ। ਆਓ ਅਸੀਂ ਇਸ ਫਸਲ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਦੇ ਇਸ ਦਿਨ ਲਈ ਜੋ ਸਾਨੂੰ ਬਖਸ਼ਿਆ ਹੈ। ਐ ਪਿਤਾ ਪਰਮੇਸ਼ਵਰ, ਅਸੀਂ ਸੰਸਾਰ ਭਰ ਦੇ ਸਾਰੇ ਬਿਸ਼ਪ ਸਾਹਿਬਾਨਾਂ ਲਈ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੇ ਰਸੂਲਾਂ ਦੇ ਅਹੁਦੇ ਉੱਤੇ ਬੈਠ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਪ੍ਰਤਿਗਿਆ ਚੁੱਕੀ ਹੈ। ਐ ਪ੍ਰਭੂ, ਸਾਰੇ ਬਿਸ਼ਪ ਸਾਹਿਬਾਨਾਂ ਨੂੰ ਆਪੋ ਆਪਣੇ ਕੰਮਾਂ ਦੇ ਵਿੱਚ ਅਤੇ ਕਲੀਸਿਆ ਦੀ ਸਹੀ ਤਰੀਕੇ ਨਾਲ ਅਗਵਾਈ ਕਰਨ ਵਿੱਚ ਮਾਰਗਦਰਸ਼ਨ ਪ੍ਰਦਾਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਤੈਨੂੰ ਚੜਾਵਾਂ हे प्रभु जी, सेवा विच तेरी हाजिर हाँ। तैनू चढ़ावा हे प्रभु जी, सेवा विच तेरी हाजिर हाँ। पापा परिया
जीवन मेरा चरना च तेरे ले आया हाँ। पापा परया जीवन मेरा चरना च तेरे ले आया हाँ। मैनू बना दे ज्योति तेरी, मैनू बना दे ज्योति तेरी, मैनू बना दे प्यार तेरा। तैनू चढ़ावा हे प्रभु जी, सेवा विच तेरी हाजिर हाँ। तैनू चढ़ावा हे प्रभु जी, सेवा विच तेरी हाजिर हाँ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਰਸੂਲ ਸਨ ਬਰਤਲੋਮਿਓ ਦੀ ਈਦ ਮਨਾਏ ਜਾਣ ਦੇ ਮੌਕੇ ਤੇ ਸਾਡੀ ਇਸ ਕੁਰਬਾਨੀ ਨੂੰ ਕਬੂਲ ਕਰ ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਨਾਲ ਅਸੀਂ ਤੇਰੀ ਮਿਹਰ ਦੀ ਮਦਦ ਪਾਉਂਦੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੀ ਕਲੀਸਿਆ ਨੂੰ ਤੂੰ ਰਸੂਲਾਂ ਦੀ ਬੁਨਿਆਦ ਉੱਤੇ ਕਾਇਮ ਕੀਤਾ ਤਾਂ ਜੋ ਹਰ ਸਮੇਂ ਅਤੇ ਹਰ ਸਦੀ ਵਿੱਚ ਉਹ ਤੇਰੀ ਪਵਿੱਤਰਤਾ ਦਾ ਜ਼ਾਹਰੀ ਨਿਸ਼ਾਨ ਬਣੀ ਰਹੇ ਅਤੇ ਲੋਕਾਂ ਨੂੰ ਉਸ ਸੱਚਾਈ ਦੀ ਸਿੱਖਿਆ ਦਿੰਦੀ ਰਹੇ ਜੋ ਉਹਨਾਂ ਲਈ ਸਵਰਗ ਵੱਲ ਜਾਣ ਦਾ ਰਾਹ ਹੈ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ईमान दा भेद। ऐ प्रभु ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਐ ਪ੍ਰਭੂ ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੇ ਮੇੜ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ ਇਹਨਾਂ ਦਾ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਏ ਦੇ ਮੁਬਾਰਕ ਸਨ ਯੂਸਫ ਦੇ ਨਾਲ ਧੰਨ ਰਸੂਲਾਂ ਸੰਤ ਬਰਥਲੋਮਿਓ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ ਅਸੀਂ ਇਸ ਦੇਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾਓ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੇ ਦਿਆਂ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਤਾਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ ਤੂੰ ਜੋ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ।
युग शांति कारम, युग प्रेम का प्रारंभ, युग शांति कारम, युग प्रेम का प्रारंभ। प्रभु क्षमा में है सागर, यीशु दया सागर। प्रभु क्षमा में है सागर, यीशु दया सागर। दया सागर, 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 दया सागर। जब ज्योति कहीं जलती है तब कांति खिलती है। जब ज्योति कहीं जलती है तब कांति खिलती है। जहाँ क्षमा प्रेम होता है वही शांति मिलती है। जहाँ क्षमा प्रेम होता है वही शांति मिलती है। आरंभ के आगाज में प्रभु युग का है आदर। दया सागर, 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 दया सागर। ਅਸੀਂ प्रार्थना करिए। ऐ प्रभु, रसूल सन बरतलोमेव दी ईद मनाते हुए ਅਸੀਂ तेरे अवतार तो सਦੀवी नसा ਦੇ ਵਾਅਦੇ ਨੂੰ ਹਾਸਲ ਕਰਦੇ ਹਾਂ। ਬਖਸ਼ ਦੇ ਕਿ ਇਹ ਸਾਡੀ ਮੌਜੂਦਾ ਜ਼ਿੰਦਗੀ ਵਿੱਚ ਸਾਡੀ ਮਦਦ ਕਰੇ ਅਤੇ ਆਉਣ ਵਾਲੀ ਜ਼ਿੰਦਗੀ ਦੇ ਲਈ ਸਾਨੂੰ ਕਾਇਮ ਰੱਖੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। दुआ याद कर ए नहायत मेहरबान कुआरी मरियम पई कदी नहीं सुनिया गया कि कोई भी तेरी पनाह लभदिया तेरी मदद चाहदिया तेरी सिफारिश मंगदिया तेथों खाली गया होवे। ऐ कुआरी कुआरियां दी ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਜਨ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। आमीन। ਮਾਂ ਮਰੀਮ ਸ਼ਾਂਤੀ ਦੀ ਰਾਣੀ, साडी ਲਈ दुआ कर। ए माँ, 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 ए माँ। माँ
तू सचमुच राणीए दे बरकत चोड़ियाँ पर के मैं आस बतेरी लाई माँ, मैं आस बतेरी लाई माँ, मैं आस बतेरी लाई माँ, मैं आस बतेरी लाई माँ। ए माँ, 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 ए माँ। दुनिया दिया सारिया छावां तो तेरे ना दी शान आरिए, दुनिया दिया सारिया छावां तो तेरे ना दी शान आरिए। ताइयों तामू चोमा निकले जद बने मुसीबत पारिए, ताइयों तामू चोमा निकले जद बने मुसीबत पारिए। एक तेरे बाजों कौन भला मेरे दिल दी सुने कहानी माँ, एक तेरे बाजों कौन भला मेरे दिल दी सुने कहानी माँ। माँ तू सचमुच राणीए दे बरकत चोड़ियाँ पर के मैं आस बतेरी लाई माँ, मैं आस बतेरी लाई माँ, मैं आस बतेरी लाई माँ, मैं आस बतेरी लाई माँ। ए माँ, 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 ए माँ।